यूक्रेन ਦੇ ਉੱਤੇ ਰੂਸ ਦੇ ਹਮਲੇ ਦਾ ਅੱਜ 5ਵਾਂ ਦਿਨ ਹੈ ਤੇ ਹੁਣ ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦਾ ਸਬਰ ਟੁੱਟਣ ਲੱਗਿਆ ਤੇ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਭਾਰਤੀ ਵਿਦਿਆਰਥੀ ਜੰਗ ਵਾਲੇ ਮੁਲਕ ਚੋਂ ਆਪਣੇ ਮੁਲਕ ਆਉਣਾ ਚਾਹੁੰਦੇ ਨੇ ਤੇ ਭਾਰਤ ਵਿੱਚ ਜਿਹੜੇ ਯੂਕਰੇਨੀ ਨਾਗਰਿਕ ਆਏ ਹੋਏ ਸੀ ਕੋਈ ਘੁੰਮਣ ਲਈ ਜਾਂ ਕੋਈ ਇੱਥੇ ਰਹਿੰਦਾ ਹੈ ਉਹ ਆਪਣੇ ਮੁਲਕ ਵਾਪਸ ਜਾਣਾ ਚਾਹੁੰਦੇ ਨੇ ਆਪਣਿਆਂ ਦੇ ਕੋਲ ਜਾਣਾ ਚਾਹੁੰਦੇ ਨੇ। ਇੱਥੇ ਜਿਹੜੇ ਮਾਪੇ ਨੇ ਬੱਚਿਆਂ ਦੇ ਉਹਨਾਂ ਦਾ ਆਪਣੇ ਬੱਚਿਆਂ ਦੇ ਨਾਲ ਸੰਪਰਕ ਟੁੱਟਣ ਵੀ ਲੱਗਿਆ ਤੇ ਯੂਕਰੇਨ ਦੇ ਵਿੱਚ ਫਸੇ ਕਈ ਵਿਦਿਆਰਥੀ ਭੁੱਖਣ ਭਾਣੇ ਵੀ ਦਿਨ ਕਟੀ ਕਰ ਰਹੇ ਨੇ। ਪੜ੍ਹਾਈ ਅਧੂਰੀ ਰਹਿ ਗਈ ਹੈ, ਜਾਨ ਖਤਰੇ ਦੇ ਵਿੱਚ ਪੈ ਗਈ ਹੈ ਤੇ ਪੰਜਾਬ ਦੇ ਜ਼ਿਆਦਾਤਰ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਕਰਜ਼ਾ ਚੁੱਕ ਕੇ ਯੂਕਰੇਨ ਪੜ੍ਹਨ ਦੇ ਲਈ ਭੇਜਿਆ ਸੀ। ਅੱਜ ਦੀ ਖਾਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀ। ਭਾਰਤੀ ਵਿਦਿਆਰਥੀਆਂ ਦੇ ਲਈ ਕੀ ਕੁਝ ਭਾਰਤ ਸਰਕਾਰ ਕਰ ਰਹੀ ਹੈ ਅਤੇ ਅੰਮ੍ਰਿਤਸਰ ਦੇ ਵਿੱਚ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੇ ਮਾਪੇ ਕਿਹੜੇ ਐਮਪੀ ਨੂੰ ਮਿਲੇ ਨੇ। ਉਸ ਤੋਂ ਵੀ ਪਹਿਲਾਂ ਤੁਹਾਨੂੰ ਇੱਕ ਤਾਜ਼ਾ ਅਪਡੇਟ ਦੱਸ ਦਿੰਦੇ ਹਾਂ ਕਿ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਵੀਕਐਂਡ ਕਰਫਿਊ ਹਟਾਇਆ ਗਿਆ ਹੈ। ਹਾਲਾਂਕਿ ਕੁਝ ਸਮੇਂ ਦੇ ਲਈ ਹੀ ਹਟਾਇਆ ਗਿਆ ਤੇ ਕਰਫਿਊ ਹਟਣ ਤੋਂ ਬਾਅਦ ਭਾਰਤੀ ਦੂਤਾਵਾਸ ਜੋ ਯੂਕਰੇਨ ਦੇ ਵਿੱਚ ਹੈ ਉਸਨੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਰੇਲਵੇ ਸਟੇਸ਼ਨਾਂ ਤੇ ਹੁਣ ਜਾ ਸਕਦੇ ਨੇ ਤਾਂ ਜੋ ਉਹ ਪੱਛਮੀ ਹਿੱਸੇ ਦੇ ਵਿੱਚ ਪਹੁੰਚ ਸਕਣ, ਸਰਹੱਦਾਂ ਤੇ ਪਹੁੰਚ ਸਕਣ ਤੇ ਉੱਥੋਂ ਉਹਨਾਂ ਨੂੰ ਗੁਆਂਢੀ ਮੁਲਕਾਂ ਦੇ ਰਾਹੀਂ ਭਾਰਤ ਲਿਆਂਦਾ ਜਾ ਸਕੇ। ਭਾਰਤੀ ਦੂਤਾਵਾਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਯੂਕਰੇਨ ਰੇਲਵੇ ਨੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਖਾਸ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ। ਹਾਲਾਂਕਿ ਇਹਨਾਂ ਰੇਲ ਗੱਡੀਆਂ ਦੇ ਵਿੱਚ ਪਹਿਲ ਹੈ ਜਿਹੜੀ ਬੱਚਿਆਂ ਨੂੰ, ਔਰਤਾਂ ਨੂੰ ਅਤੇ ਬਜ਼ੁਰਗਾਂ ਨੂੰ ਦਿੱਤੀ ਜਾਏਗੀ। ਇਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਇਹਨਾਂ ਰੇਲ ਗੱਡੀਆਂ ਦੇ ਵਿੱਚ ਤੁਹਾਡੇ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਏਗਾ। ਇਹ ਯੂਕਰੇਨ ਦੀ ਸਰਕਾਰ ਨੇ ਪ੍ਰਬੰਧ ਕੀਤਾ ਹੈ ਤੁਹਾਡੇ ਸਾਰਿਆਂ ਦੇ ਲਈ ਜਿਹੜੇ ਉੱਥੇ ਫਸੇ ਹੋਏ ਆ। ਇਸ ਕਰਕੇ ਤੁਹਾਨੂੰ ਆਨਲਾਈਨ ਸਿਰਫ ਰੇਲ ਗੱਡੀਆਂ ਦਾ ਸਮਾਂ ਚੈੱਕ ਕਰਨਾ ਹੈ। ਟਿਕਟ ਤੁਹਾਡੀ ਨਹੀਂ ਲੱਗੇਗੀ। ਫਸਟ ਕਮ ਫਸਟ ਸਰਵ यानी कि ਜਿਹੜਾ ਪਹਿਲਾਂ ਜਾਏਗਾ ਉਸ ਨੂੰ ਪਹਿਲਾਂ ਸਫ਼ਰ ਹੈ ਜਿਹੜਾ ਉਹ ਮਿਲ ਜੂਗਾ, ਪਰ ਉਸ ਤੋਂ ਵੀ ਪਹਿਲਾਂ ਪਹਿਲ ਬੱਚਿਆਂ, ਬਜ਼ੁਰਗਾਂ ਤੇ ਬੀਬੀਆਂ ਨੂੰ ਮਿਲੇਗੀ। ਸੋ ਤੁਸੀਂ ਰੇਲਵੇ ਵਿਭਾਗ ਦੇ ਨਾਲ ਸੰਪਰਕ ਉੱਥੇ ਕਰ ਸਕਦੇ ਹੋ ਕਿਉਂਕਿ ਹਾਲੇ ਇੰਟਰਨੈਟ ਚੱਲ ਰਿਹਾ ਹੈ। ਇੰਟਰਨੈਟ ਚੱਲਦੇ ਰਹਿਣ ਦੇ ਨਾਲ ਬਹੁਤ ਵੱਡੀ ਸਹੂਲਤ ਹੈ ਉੱਥੇ ਜੰਗ ਦੇ ਵਿੱਚ ਫਸੇ ਲੋਕਾਂ ਨੂੰ। ਸਥਾਨਕ ਸਮੇਂ ਦੇ ਮੁਤਾਬਿਕ ਕੀਵ ਜਿਹੜੀ ਰਾਜਧਾਨੀ ਹੈ ਯੂਕਰੇਨ ਦੀ ਉਹਦੇ ਵਿੱਚ ਸਵੇਰੇ 8 ਵਜੇ ਕਰਫਿਊ ਹਟਾ ਦਿੱਤਾ ਗਿਆ। ਲੋਕ ਅੰਡਰਗਰਾਉਂਡ ਸ਼ੈਲਟਰਸ ਤੋਂ ਬਾਹਰ ਨਿਕਲ ਸਕਦੇ ਨੇ ਤੇ ਭਾਰਤ ਸਰਕਾਰ ਦੇ ਵੱਲੋਂ ਹੋਰ 2 ਫਲਾਈਟਾਂ ਦੇ ਵਿੱਚ 499 ਵਿਦਿਆਰਥੀਆਂ ਨੂੰ ਭਾਰਤ ਲਿਆਂਦਾ ਗਿਆ। ਹਾਲਾਂਕਿ 20,000 ਦੇ ਕਰੀਬ ਉੱਥੇ ਭਾਰਤੀ ਵਿਦਿਆਰਥੀ ਤੇ ਨਾਗਰਿਕ ਨੇ ਜਿਹੜੇ ਉਹ ਫਸੇ ਹੋਏ ਨੇ ਤੇ ਹਾਲੇ ਤੱਕ ਸਰਕਾਰ ਹੈ ਜਿਹੜੀ 1000 ਦੇ ਕਰੀਬ ਲੋਕਾਂ ਨੂੰ ਇੱਧਰ ਲਿਆ ਸਕੀ ਹੈ। ਤੇ ਜਿਹੜਾ ਯੂਕਰੇਨ ਦੇ ਵਿੱਚ ਕਰਫਿਊ ਹਟਾਇਆ ਗਿਆ ਹੈ ਉਹ ਕੁਝ ਘੰਟਿਆਂ ਦੇ ਲਈ ਹੀ ਹਟਾਇਆ ਗਿਆ ਹੈ। ਮੁੜ ਤੋਂ ਇਹ ਕਰਫਿਊ ਹੈ ਜਿਹੜਾ ਉਹ ਦੁਬਾਰਾ ਲਾਗੂ ਕਰ ਦਿੱਤਾ ਜਾਏਗਾ, ਚਾਲੂ ਕਰ ਦਿੱਤਾ ਜਾਏਗਾ। ਸੋ ਥੋੜਾ ਸਮਾਂ ਹੀ ਹੈਗਾ ਉੱਥੇ ਵਿਦਿਆਰਥੀਆਂ ਦੇ ਕੋਲ ਪੱਛਮੀ ਸਰਹੱਦਾਂ ਤੱਕ ਪਹੁੰਚਣ ਦਾ। ਸੋ ਹੁਣ ਤੁਹਾਨੂੰ ਅੰਮ੍ਰਿਤਸਰ ਦੀ ਤਸਵੀਰ ਦਿਖਾ ਦਿੰਨੇ ਆ ਜਿੱਥੇ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਨਾਲ ਵਿਦਿਆਰਥੀਆਂ ਦੇ ਮਾਪਿਆਂ ਨੇ ਮੁਲਾਕਾਤ ਕੀਤੀ। ਉਹਨਾਂ ਨੇ ਕੇਂਦਰ ਸਰਕਾਰ ਤੇ ਅੰਬੈਸੀ ਦੇ ਖਿਲਾਫ ਗੁੱਸਾ ਜ਼ਾਹਿਰ ਵੀ ਕੀਤਾ ਹੈ ਕਿ ਸਾਡੇ ਬੱਚਿਆਂ ਨੂੰ ਲਿਆਉਣ ਦੇ ਲਈ ਨਾ ਤਾਂ ਕੇਂਦਰ ਸਰਕਾਰ ਵੱਲੋਂ ਕੋਈ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ, ਨਾ ਹੀ ਅੰਬੈਸੀ ਸਾਨੂੰ ਕੋਈ ਸਹੀ ਜਾਣਕਾਰੀ ਦੇ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਬੱਚਿਆਂ ਦੀ ਹਾਲਤ ਹੈ ਜਿਹੜੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ, ਭੁੱਖੇ ਰਹਿਣਾ ਪੈ ਰਿਹਾ, ਹੋਰ ਕਈ ਤਰ੍ਹਾਂ ਦੇ ਤਸ਼ੱਦਦ ਨੇ ਜਿਹੜੇ ਉਹ ਸਹਿਣੇ ਪੈ ਰਹੇ ਨੇ। ਐਮਪੀ ਨੇ ਹਾਲਾਂਕਿ ਭਰੋਸਾ ਦਿੱਤਾ ਹੈ ਪਰ ਉਹਨਾਂ ਨੇ ਆਪਦੀ ਮਜਬੂਰੀ ਵੀ ਦੱਸੀ ਹੈ ਕਿ ਅਸੀਂ ਲਗਾਤਾਰ ਭਾਰਤ ਸਰਕਾਰ ਨੂੰ ਸੰਪਰਕ ਕਰ ਰਹੇ ਹਾਂ। ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਆਪੋ ਆਪਣੇ ਇਲਾਕਿਆਂ ਦੇ ਵਿਦਿਆਰਥੀਆਂ ਦੀਆਂ ਲਿਸਟਾਂ ਬਣਾ ਕੇ ਵਿਦੇਸ਼ ਮੰਤਰਾਲੇ ਨੂੰ ਭੇਜ ਰਹੇ ਨੇ। ਐਮਪੀ ਔਜਲਾ ਨੇ ਦੱਸਿਆ ਕਿ ਉਹ ਲਿਸਟ ਹੈ ਜਿਹੜੀ ਵਿਦਿਆਰਥੀਆਂ ਦੀ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਦੀ ਲਿਸਟ ਆਫੀਸ਼ੀਅਲ ਮੇਲ ਦੇ ਰਾਹੀਂ ਪ੍ਰਧਾਨ ਮੰਤਰੀ ਦਫ਼ਤਰ ਪੀਐਮਓ ਅਤੇ ਵਿਦੇਸ਼ ਮੰਤਰਾਲੇ ਨੂੰ ਭਿਜਵਾ ਚੁੱਕੇ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ 2 ਦਿਨ ਪਹਿਲਾਂ ਤੱਕ ਤਾਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਈਮੇਲ ਦਾ ਰਿਪਲਾਈ ਕਰ ਰਹੇ ਸੀ, ਜਵਾਬ ਦੇ ਰਹੇ ਸੀ, ਪਰ ਉਹਨਾਂ ਨੇ ਅਚਾਨਕ ਹੁਣ ਸਾਰੇ ਸੰਸਦ ਮੈਂਬਰਾਂ ਦੀਆਂ ਆਫੀਸ਼ੀਅਲ ਈਮੇਲ ਆਈਡੀਜ਼ ਨੂੰ ਆਟੋ ਰਿਪਲਾਈ ਦੇ ਉੱਤੇ ਪਾ ਦਿੱਤਾ ਹੈ। ਸਭ ਤੋਂ ਵੱਡੀ ਸਮੱਸਿਆ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਆਟੋ ਰਿਪਲਾਈ ਤੇ ਪਾ ਦਿੱਤਾ ਕਿ ਅਸੀਂ ਜਲਦ ਤੁਹਾਨੂੰ ਸੰਪਰਕ ਕਰਾਂਗੇ। ਕਹਿੰਦੇ ਇਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਜੋ ਸੰਸਦ ਮੈਂਬਰਾਂ ਦੇ ਵੱਲੋਂ ਸਾਡੇ ਵੱਲੋਂ ਈਮੇਲ ਭੇਜੇ ਜਾ ਰਹੇ ਨੇ ਉਹਨਾਂ ਤੇ ਮੰਤਰਾਲਾ ਕੋਈ ਕਾਰਵਾਈ ਕਰ ਵੀ ਰਿਹਾ ਜਾਂ ਨਹੀਂ ਕਰ ਰਿਹਾ। ਸੋ ਬਹੁਤ ਹੀ ਮਜਬੂਰੀ ਵਾਲੇ ਹਾਲਾਤ ਨੇ ਜਿਹੜੇ ਉਹ ਮਾਪਿਆਂ ਦੇ ਵੀ, ਉਧਰ ਵਿਦਿਆਰਥੀਆਂ ਦੇ ਵੀ ਤੇ ਇੱਧਰ ਜਿਹੜੇ ਨੁਮਾਇੰਦੇ ਨੇ ਸਰਕਾਰਾਂ ਦੇ, ਲੋਕਾਂ ਦੇ ਨੁਮਾਇੰਦੇ ਨੇ ਜਿਹੜੇ ਉਹਨਾਂ ਦੇ ਵੀ ਬਣੇ ਹੋਏ ਨੇ। ਟ੍ਰਿਬਿਊਨ ਅਦਾਰੇ ਦੀ ਖਬਰ ਦੇ ਮੁਤਾਬਿਕ ਕਈ ਵਿਦਿਆਰਥੀ ਰਾਹਾਂ ਦੇ ਵਿੱਚ ਰੁਲ ਰਹੇ ਨੇ, ਕਈ ਭੁੱਖੇ ਨੇ ਜਿਹੜੇ ਉਹ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਖਾਣਾ ਮੁੱਕ ਗਿਆ ਹੈ। ਸ੍ਰੀ
ਮੁਕਤਸਰ ਸਾਹਿਬ ਦੇ ਮਾਪਿਆਂ ਨੇ ਦੱਸਿਆ ਕਿ ਖਾਰਕੀਵ ਜਿਹੜਾ ਕਿ ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਉੱਥੋਂ ਦੀ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਕੁਝ ਬੱਚੇ ਰਾਜਧਾਨੀ ਕੀਵ ਜਾਣ ਵਾਲੀ ਟ੍ਰੇਨ ਦੇ ਵਿੱਚ ਚੜ੍ਹ ਗਏ, ਪਰ ਉਹਨਾਂ ਨੂੰ ਰਾਹ ਦੇ ਵਿੱਚ ਹੀ ਲਾ ਦਿੱਤਾ ਗਿਆ ਤੇ ਉਹ ਹੁਣ ਅਸੁਰੱਖਿਅਤ ਰੁਲ ਰਹੇ ਨੇ। ਮੈਸ ਚੋਂ 250 ਵਿਦਿਆਰਥੀ ਖਾਣਾ ਖਾ ਰਹੇ ਨੇ, ਜਿਹੜੀ ਮੈਡੀਕਲ ਯੂਨੀਵਰਸਿਟੀ ਦੀ ਮੈਸ ਹੈ, ਪਰ ਜਲਦੀ ਹੀ ਇਹ ਖਾਣਾ ਵੀ ਮੁੱਕ ਜਾਊਗਾ। ਯੂਕਰੇਨ ਦੇ ਵਿੱਚ ਸਿਰਫ ਮਸ਼ੀਨੀ ਫਿਲਟਰ ਪਾਣੀ ਹੀ ਪੀਤਾ ਜਾ ਸਕਦਾ ਹੈ ਤੇ ਉਸ ਦਾ ਵੀ ਉੱਥੇ ਹੁਣ ਸੰਕਟ ਖੜਾ ਹੋ ਰਿਹਾ ਹੈ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਬਾਜ਼ਾਰਾਂ ਦੇ ਵਿੱਚ ਦੁੱਧ ਤੇ ਬ੍ਰੈਡ ਵੀ ਖਤਮ ਹੋ ਗਏ ਨੇ, ਇੱਕ ਪੈਕੇਟ ਉਹਨਾਂ ਨੂੰ ਬਿਸਕੁਟਾਂ ਦਾ ਮਿਲਿਆ, ਕੋਈ ਵੀ ਅਧਿਕਾਰੀ ਉਹਨਾਂ ਦੇ ਸੰਪਰਕ ਵਿੱਚ ਨਹੀਂ ਹੈ। ਸੋ ਜਿਹੜੇ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਦੇ ਮਾਪੇ ਨੇ ਉਹ ਗੁਰੂ ਗੋਬਿੰਦ ਸਿੰਘ ਪਾਰਕ ਦੇ ਵਿੱਚ ਇਕੱਠੇ ਹੋਏ ਤੇ ਇੱਥੇ ਪਹੁੰਚੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਰੋਸਾ ਜਤਾਇਆ ਕਿ ਯੂਕਰੇਨ ਦੇ ਵਿੱਚ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤ ਸਰਕਾਰ ਨੇ ਇਸ ਦਾ ਨੋਟਿਸ ਨਹੀਂ ਲਿਆ। ਅਸਲ ਸਮੱਸਿਆ ਕਹਿੰਦੇ ਖਾਰਕੀਵ ਤੇ ਕੀਵ ਵਰਗੇ ਸ਼ਹਿਰਾਂ ਦੀ ਹੈ। ਰੂਸ ਦੀ ਸਰਹੱਦ ਦੇ ਨਾਲ ਲੱਗਦੇ ਸ਼ਹਿਰ ਨੇ, ਇਹਨਾਂ ਵਿਦਿਆਰਥੀਆਂ ਨੂੰ ਰੂਸ ਦੇ ਵਿੱਚੋਂ ਸੁਰੱਖਿਅਤ ਲਾਂਘਾ ਮਿਲ ਸਕਦਾ ਹੈ, ਪਰ ਭਾਰਤ ਸਰਕਾਰ ਰੂਸ ਦੇ ਨਾਲ ਕੋਈ ਗੱਲ ਨਹੀਂ ਕਰ ਰਹੀ, ਇਹ ਮਾਪਿਆਂ ਦਾ ਕਹਿਣਾ ਹੈ। ਤੇ ਖਾਰਕੀਵ ਸ਼ਹਿਰ ਦੇ ਵਿਦਿਆਰਥੀ ਨੇ ਜਿਹੜੇ ਉਹ ਸੈਂਕੜੇ ਕਿਲੋਮੀਟਰ ਪੈਂਡਾ ਤੈਅ ਕਰਕੇ ਪੋਲੈਂਡ, ਹੰਗਰੀ, ਅਰਮਾਨੀਆ ਨਹੀਂ ਜਾ ਸਕਦੇ, ਕਿਉਂਕਿ ਹਜ਼ਾਰਾਂ ਕਿਲੋਮੀਟਰ ਦੂਰ ਪੈ ਜਾਂਦਾ ਹੈ ਤੇ ਜੇ ਉਹ ਪੈਦਲ ਵੀ ਚੱਲ ਕੇ ਜਾਣਗੇ ਤਾਂ ਸੋਚ ਸਕਦੇ ਹੋ ਕਿ ਪੈਦਲ ਇਹ ਪੈਂਡਾ ਤੈਅ ਕਰਨਾ ਕਿੰਨਾ ਔਖਾ ਹੋਵੇਗਾ, ਜਦਕਿ ਉਹਨਾਂ ਕੋਲ ਖਾਣ ਪੀਣ ਦਾ ਸਮਾਨ ਵੀ ਮੁੱਕ ਰਿਹਾ ਹੈ। ਖਾਰਕੀਵ ਦੇ ਵਿੱਚ ਪੰਜਾਬ ਦੇ ਜਿਹੜੇ ਵਿਦਿਆਰਥੀ ਫਸੇ ਹੋਏ ਨੇ, ਜਿਹੜੇ ਉੱਥੇ MBBS ਦੀ ਪੜ੍ਹਾਈ ਕਰਦੇ ਨੇ, ਉਹਨਾਂ ਦੇ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇ ਸੰਪਰਕ ਹੋ ਪਾਇਆ ਤਾਂ ਆਪਾਂ ਜ਼ਰੂਰ ਹੁਣ ਗੱਲ ਕਰਾਂਗੇ। ਨੰਬਰ ਹੁਣੇ ਮਿਲਾਇਆ ਹੈਗਾ, ਮੈਂ ਬੈਲ ਨਹੀਂ ਜਾ ਰਹੀ ਕਿਉਂਕਿ ਇੰਟਰਨੈਟ ਦੇ ਥਰੂ ਜਿਹੜੀ ਕਾਲ ਹੈ ਉਹ ਪਹਿਲਾਂ ਕੀਤੀ ਸੀ, ਨਾਰਮਲ ਕਾਲ ਹੈ ਉਹ ਵੀ ਕਰ ਰਹੇ ਹਾਂ, ਬਟ ਹਲੇ ਫੋਨ ਨਹੀਂ ਚੱਕਿਆ ਜਾ ਰਿਹਾ। ਇੰਟਰਨੈਟ ਦੀ ਕਾਲ ਹੈ ਜਿਹੜੀ ਉਹ ਵੀ ਸਕਸੈਸਫੁਲ ਨਹੀਂ ਹੋ ਪਾ ਰਹੀ ਹੈ। ਸੋ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਕਿ ਖਾਰਕੀਵ ਦੇ ਵਿੱਚ ਵੀ ਹਾਲਾਤ ਕਿਸ ਤਰੀਕੇ ਦੇ ਨਾਲ ਹੁਣ ਗੰਭੀਰ ਹੁੰਦੇ ਜਾ ਰਹੇ ਨੇ। ਵਿਦਿਆਰਥੀਆਂ ਦੇ ਫੋਨ ਨੇ ਜਿਹੜੇ ਉਹਨਾਂ ਦੀਆਂ ਬੈਟਰੀਆਂ ਵੀ ਮੁੱਕ ਰਹੀਆਂ ਨੇ ਤੇ ਮੈਟਰੋ ਸਟੇਸ਼ਨ ਦੇ ਬੰਕਰਾਂ ਦੇ ਵਿੱਚ ਇਸ ਵਿਦਿਆਰਥੀ ਨੂੰ ਜਿਹੜੇ ਨੂੰ ਅਸੀਂ ਕਾਲ ਕਰ ਰਹੇ ਹਾਂ, ਇਹ ਮੈਟਰੋ ਸਟੇਸ਼ਨ ਦੇ ਜ਼ਮੀਨ ਤੋਂ ਅੰਡਰਗਰਾਉਂਡ ਮੈਟਰੋ ਸਟੇਸ਼ਨ ਦੇ ਵਿੱਚ ਇਹਨਾਂ ਨੇ ਪਨਾਹ ਲਈ ਹੋਈ ਹੈ। ਸੋ ਫੋਨ ਨਹੀਂ ਚੁੱਕਿਆ ਹੈ, ਅਸੀਂ ਦੁਬਾਰਾ ਟਰਾਈ ਕਰਾਂਗੇ। ਤੇ ਇਸੇ ਦਰਮਿਆਨ ਵਿਦਿਆਰਥੀਆਂ ਨੂੰ ਯੂਕਰੇਨ ਭੇਜਣ ਵਾਲੀ ਏਜੰਸੀ ਦੇ ਯੂਕਰੇਨ ਸਥਿਤ ਇੱਕ ਪ੍ਰਬੰਧਕ ਡਾਕਟਰ ਕਰਨ ਸੰਧੂ ਨੇ ਟ੍ਰਿਬਿਊਨ ਅਖਬਾਰ ਨੂੰ ਦੱਸਿਆ ਕਿ ਖਾਰਕੀਵ ਦੀਆਂ ਗਲੀਆਂ ਦੇ ਵਿੱਚ ਰੂਸੀ ਤੇ ਯੂਕਰੇਨੀਅਨ ਫੌਜ ਦੇ ਵਿੱਚ ਆਮੋ ਸਾਹਮਣੇ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਇਸ ਕਰਕੇ ਕਿਸੇ ਵੀ ਵਿਦਿਆਰਥੀ ਨੂੰ ਇੱਥੇ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ ਗਈ ਹੈ, ਜਾਰੀ ਕੀਤੀ ਗਈ ਹੈ। ਖਾਣ ਪੀਣ ਦੀ ਸਮੱਸਿਆ ਹੈ, ਪਰ ਫਿਰ ਵੀ ਕੋਈ ਬਾਹਰ ਨਾ ਨਿਕਲੇ, ਇਹ ਕਿਹਾ ਗਿਆ ਹੈ। ਉਧਰ ਖਬਰ ਏਜੰਸੀ ANI ਦੇ ਮੁਤਾਬਿਕ ਭਾਰਤ ਸਰਕਾਰ ਦੇ ਵੱਲੋਂ ਆਪਰੇਸ਼ਨ ਗੰਗਾ ਦੇ ਤਹਿਤ 5ਵੀਂ ਫਲਾਈਟ 249 ਭਾਰਤੀਆਂ ਨੂੰ ਲੈ ਕੇ ਭਾਰਤ ਪਹੁੰਚੀ। ਭਾਰਤੀ ਯੂਕਰੇਨ ਦੇ ਵਿੱਚ ਫਸੇ ਹੋਏ ਸੀ ਤੇ ਇਹਨਾਂ ਦੀ ਫਲਾਈਟ ਹੈ ਜਿਹੜੀ ਉਹ ਰੋਮਾਨੀਆ ਅਤੇ ਬੁਚਾਰੈਸਟ ਤੋਂ ਦਿੱਲੀ 에ਅਰਪੋਰਟ ਪਹੁੰਚੀ ਹੈ। ਦਿੱਲੀ 에ਅਰਪੋਰਟ ਤੇ ਪਹੁੰਚੇ ਇਹਨਾਂ ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਨੇ ਸਾਡੀ ਬਹੁਤ ਮਦਦ ਕੀਤੀ ਹੈ, ਜੋ ਵੀ ਸੰਭਵ ਹੋ ਸਕਦਾ ਸੀ ਭਾਰਤੀ ਅੰਬੈਸੀ ਦੇ ਵੱਲੋਂ ਕੀਤਾ ਗਿਆ, ਪਰ ਅਸਲ ਸਮੱਸਿਆ ਉੱਥੇ ਬਾਰਡਰ ਪਾਰ ਕਰਨਾ ਹੈ। ਉਮੀਦ ਕਰਦੇ ਹਾਂ ਕਿ ਸਾਰੇ ਭਾਰਤੀ ਇੱਥੇ ਲਿਆਂਦੇ ਜਾਣ। ਕਹਿੰਦੇ ਹਾਲੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ। ਸੋ ਸਭ ਤੋਂ ਵੱਡੀ ਸਮੱਸਿਆ ਹੀ ਵਿਦਿਆਰਥੀ ਇਹ ਦੱਸ ਰਹੇ ਨੇ ਕਿ ਬਾਰਡਰਾਂ ਤੱਕ ਪਹੁੰਚਣਾ ਕਿਵੇਂ ਹੈ, ਇਹ ਨਹੀਂ ਸਾਨੂੰ ਪਤਾ ਲੱਗ ਰਿਹਾ। ਤੇ ਹੁਣ ਇੱਕ ਚਿੰਤਾ ਵਾਲੀ ਖਬਰ ਹੈ ਜਿਹੜੀ ਉਹ ਵੀ ਯੂਕਰੇਨ ਤੋਂ ਤੁਹਾਨੂੰ ਦੱਸ ਦਿੰਦੇ ਹਾਂ, ਜਿਹੜੀ ਕਿ NDTV ਨਿਊਜ਼ ਦੇ ਹਵਾਲੇ ਦੇ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ। ਜਿਹੜੇ ਭਾਰਤੀ ਵਿਦਿਆਰਥੀ ਯੂਕਰੇਨ ਤੋਂ ਭਾਰਤ ਨੂੰ ਆਉਣਾ ਚਾਹੁੰਦੇ ਨੇ, ਉਹਨਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਯੂਕਰੇਨ ਦੇ ਫੌਜੀਆਂ ਨੇ ਪੋਲੈਂਡ ਦੇ ਬਾਰਡਰ ਤੇ ਤੰਗ ਪਰੇਸ਼ਾਨ ਕੀਤਾ, ਬਾਰਡਰ ਨਹੀਂ ਪਾਰ ਕਰਨ ਦਿੱਤਾ। ਇਸ ਖਬਰ ਦੀ ਅਸੀਂ ਪੁਸ਼ਟੀ ਬਿਲਕੁਲ ਨਹੀਂ ਕਰਦੇ, ਪਰ NDTV ਦੀ ਖਬਰ ਦੇ ਮੁਤਾਬਿਕ ਵੀਡੀਓਜ਼ ਬਣਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਦਿਆਰਥੀ ਆਪਣਾ ਸੂਟਕੇਸ ਲਿਜਾ ਰਿਹਾ ਹੈ, ਪਿੱਛੋਂ ਵਰਦੀ ਦੇ ਵਿੱਚ ਗਾਰਡ ਉਸ ਨੂੰ ਲੱਤਾਂ ਮਾਰ ਰਿਹਾ ਹੈ। ਹਾਲਾਂਕਿ ਸਪਸ਼ਟ ਨਹੀਂ ਕਿ ਭਾਰਤੀ ਵਿਦਿਆਰਥੀ ਹੈ ਜਾਂ ਨਹੀਂ, ਪਰ ਕਈ ਹੋਰ ਵਿਦਿਆਰਥੀ ਜੋ ਪੋਲੈਂਡ ਯੂਕਰੇਨ ਬਾਰਡਰ ਵੱਲ ਵਧ ਰਹੇ ਨੇ, ਉਹਨਾਂ ਨੇ ਕਥਿਤ ਤੌਰ ਤੇ ਇਲਜ਼ਾਮ ਲਾਇਆ ਕਿ ਭਾਰਤੀ ਵਿਦਿਆਰਥੀਆਂ ਨੂੰ ਤੰਗ ਕੀਤਾ ਗਿਆ ਹੈ। ਯੂਕਰੇਨ ਦੇ ਵਿੱਚੋਂ ਇੱਕ ਮਾਨਸੀ ਚੌਧਰੀ ਨਾਂ ਦੀ ਭਾਰਤੀ ਵਿਦਿਆਰਥਣ ਨੇ NDTV ਨੂੰ ਦੱਸਿਆ ਕਿ ਹਾਲਾਤ ਹਰ ਦਿਨ ਖਰਾਬ ਹੁੰਦੇ ਜਾ ਰਹੇ ਨੇ। ਉਹ ਸਾਨੂੰ ਪੋਲੈਂਡ ਤੋਂ ਪਾਰ ਪਹੁੰਚਣ ਦੀ ਇਜਾਜ਼ਤ ਹੀ ਨਹੀਂ ਦੇ ਰਹੇ। ਵਿਦਿਆਰਥਣਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਨੂੰ ਵਾਲਾਂ ਤੋਂ ਫੜ ਕੇ ਖਿੱਚਿਆ ਜਾ ਰਿਹਾ ਹੈ, ਰੋਡਾਂ ਦੇ ਨਾਲ ਮਾਰਿਆ ਵੀ ਜਾ ਰਿਹਾ ਹੈ। ਕੁਝ ਵਿਦਿਆਰਥਣਾਂ ਦੇ ਸੱਟਾਂ ਵੀ ਲੱਗੀਆਂ ਨੇ, ਫ੍ਰੈਕਚਰ ਵੀ ਹੋਏ ਨੇ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤੀ ਜੋ ਕੌਂਸੂਲੇਟ ਹੈ, ਭਾਰਤੀ ਸਫਾਰਤਖਾਨਾ, ਉੱਥੋਂ ਦੇ ਡਿਪਲੋਮੈਟ ਬੱਚਿਆਂ ਨੂੰ ਖਾਣਾ ਤੇ ਰਹਿਣ ਲਈ ਥਾਂ ਵੀ ਦੇ ਰਹੇ ਨੇ, ਪਰ ਕਹਿੰਦੇ ਬਾਰਡਰ ਦੇ ਗਾਰਡ ਸਾਨੂੰ ਸਰਹੱਦ ਪਾਰ ਨਹੀਂ ਜਾਣ ਦੇ ਰਹੇ। ਜੇ ਕੋਈ ਪਾਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਤੇ ਰੋਡਾਂ ਨਾਲ ਹਮਲਾ ਕੀਤਾ ਜਾਂਦਾ ਹੈ। ਤੇ ਇੱਕ ਹੋਰ ਵਿਦਿਆਰਥਣ ਦੀਕਸ਼ਾ ਪਾਂਡੇ ਨੇ ਵੀ NDTV ਨੂੰ ਦੱਸਿਆ ਕਿ ਬਾਰਡਰ ਤੇ ਲੋਕ ਮੁਸ਼ਕਿਲ 'ਚ ਨੇ, ਤੰਗ ਪਰੇਸ਼ਾਨ ਹੋ ਰਹੇ ਨੇ, ਕੁੜੀਆਂ ਨੂੰ ਵਾਲਾਂ ਤੋਂ ਫੜ ਕੇ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। यूक्रेनियंस को घेर लिया था और सिर्फ यूक्रेनियंस को अंदर भेज रहे थे।
थे। हम लोग ने बाद में काफी प्लीड किया हमारे साथ, हमारे इंडियन बॉयज ने काफी प्लीड करने के बाद उन्होंने सिर्फ इंडियन गर्ल्स को पहले एक्सेप्ट किया और उसके बाद पुलिस आई और पुलिस ने बहुत मारा इंडियन बॉयज को मारने के बाद दे इवन टॉर्चर्ड बॉयज। और टॉर्चर कैसे किया, जिसको अस्थमा था उसको स्टम करके हम सबको दिखाया कि हाउ ही इज ब्रेथलेस। ਪੀਟੀਆਈ ਦੀ ਖਬਰ ਦੇ ਮੁਤਾਬਿਕ ਕੁਝ ਭਾਰਤੀ ਵਿਦਿਆਰਥੀ ਪੋਲੈਂਡ ਦੇ ਬਾਰਡਰ ਤੇ ਕੜਾਕੇ ਦੀ ਠੰਡ ਵਿੱਚ ਫਸੇ ਹੋਏ ਨੇ। ਕੁਝ ਵਿਦਿਆਰਥੀਆਂ ਨੇ ਯੁੱਧ ਦੀ ਮਾਰ ਤੋਂ ਬਚਣ ਦੇ ਲਈ ਆਪਣੇ ਮੁਲਕ ਪਹੁੰਚਣ ਦੀ ਉਮੀਦ ਦੇ ਵਿੱਚ 35 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, ਪਰ ਹੁਣ ਉਹਨਾਂ ਕੋਲੇ ਖਾਣਾ ਖਤਮ ਹੋ ਚੁੱਕਿਆ, ਪਨਾਹਗਾਹ ਵੀ ਨਹੀਂ ਹੈ। ਮੰਨਫੀ ਯਾਨੀ ਕਿ -4 ਡਿਗਰੀ ਤੋਂ ਘੱਟ ਤਾਪਮਾਨ ਦੇ ਵਿੱਚ ਪਾਰਕਾਂ ਦੇ ਵਿੱਚ ਆਰਾਮ ਕਰਨ ਦਾ ਜਿਹੜਾ ਆਰਾਮ ਉਹ ਕਰ ਹੀ ਨਹੀਂ ਸਕਦੇ ਇੰਨੀ ਠੰਡ ਦੇ ਵਿੱਚ। ਖਾਣੇ ਦਾ ਸਟਾਕ ਖਤਮ ਹੋ ਰਿਹਾ, ਫੋਨ ਦੀਆਂ ਬੈਟਰੀਆਂ ਮੁੱਕ ਰਹੀਆਂ ਨੇ। ਕੁਝ ਵਿਦਿਆਰਥੀ ਜਿਹੜੇ ਸ਼ਨੀਚਰਵਾਰ ਨੂੰ ਬਾਰਡਰ ਪੁਆਇੰਟ ਤੇ ਪਹੁੰਚੇ ਉਹਨਾਂ ਨੇ ਆਪਣੀਆਂ ਮੁਸ਼ਕਿਲਾਂ ਖਤਮ ਕਰਨ ਲਈ ਆਪਣੇ ਆਪ ਨੂੰ ਕੱਢਣ ਦੀ ਉੱਥੋਂ ਅਪੀਲ ਕੀਤੀ ਹੈ। ਇੱਕ ਵਿਦਿਆਰਥੀ ਨੇ ਉੱਥੋਂ ਦੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ, ਉਹਨਾਂ ਨੇ ਪੀਟੀਆਈ ਦੇ ਨਾਲ ਗੱਲਬਾਤ ਕੀਤੀ ਹੈ। ਦੱਸਿਆ ਕਿ ਬਹੁਤ ਲੰਬਾ ਸਫ਼ਰ ਸੀ, ਸਾਡੇ ਸਰੀਰ ਥੱਕ ਰਹੇ ਸੀ ਕਿਉਂਕਿ ਪੈਦਲ ਚੱਲੇ ਨੇ ਸਾਰੇ ਵਿਦਿਆਰਥੀ। ਕਹਿੰਦੇ ਅਸੀਂ ਇਸ ਉਮੀਦ ਦੇ ਵਿੱਚ ਇੱਕ ਦੂਜੇ ਦੇ ਹੌਸਲੇ ਨਾਲ ਅੱਗੇ ਵਧ ਰਹੇ ਸੀ ਕਿ ਕਿਵੇਂ ਨਾ ਕਿਵੇਂ ਅਸੀਂ ਸਰਹੱਦ ਤੱਕ ਪਹੁੰਚ ਜਾਈਏ ਤਾਂ ਸਾਡੀ ਸਮੱਸਿਆ ਖਤਮ ਹੋ ਜੂਗੀ, ਪਰ ਖਤਮ ਨਹੀਂ ਹੋਈ। ਅਸੀਂ ਲਗਾਤਾਰ ਇੱਥੇ ਇੰਤਜ਼ਾਰ ਕਰ ਰਹੇ ਹਾਂ, ਪਰ ਸਾਨੂੰ ਬਾਰਡਰ ਤੋਂ ਅੱਗੇ ਪੋਲੈਂਡ ਵੱਲ ਲਿਜਾਣ ਦੇ ਲਈ ਕੋਈ ਵੀ ਰਾਹ ਨਹੀਂ ਮਿਲ ਰਿਹਾ। ਕੋਈ ਸਾਨੂੰ ਬੱਸਾਂ ਦੇ ਵਿੱਚ ਉੱਥੇ ਲੈ ਜਾਵੇ, ਬਾਰਡਰ ਪਾਰ ਕਰਵਾ ਦੇਵੇ, ਸਾਨੂੰ ਇਹ ਵੀ ਬਹੁਤ ਔਖਾ ਲੱਗ ਰਿਹਾ ਕਿ ਅਸੀਂ ਜਾਵਾਂਗੇ ਕਿਵੇਂ। ਇਸੇ ਦਰਮਿਆਨ ਕੁਝ ਹੋਰ ਅਪਡੇਟਸ ਮਿਲੀਆਂ ਨੇ ਕਿ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਖਾਰਕਿਵ ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਤੇ ਚਰਚਾ ਕੀਤੀ ਹੈ। ਬੈਲਗੋਰੋਡ ਰੂਸ ਦੇ ਰੂਟ ਰਾਹੀਂ ਨਿਕਾਸੀ ਤੇ ਵੀ ਚਰਚਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਯੂਕਰੇਨ ਸੰਕਟ ਤੇ ਮੁੜ ਉੱਚ ਪੱਧਰੀ ਬੈਠਕ ਬੁਲਾਈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਮਿਲੀ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਜੋਤਿਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਜਨਰਲ ਸੇਵਾ ਮੁਕਤ ਵੀਕੇ ਸਿੰਘ ਨਿਕਾਸੀ ਮਿਸ਼ਨ ਦਾ ਤਾਲਮੇਲ ਕਰਨ ਅਤੇ ਵਿਦਿਆਰਥੀਆਂ ਦੀ ਮਦਦ ਕਰਨ ਦੇ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ਦੀ ਯਾਤਰਾ ਕਰਨਗੇ। ਛੇਤੀ ਉਹ ਜਾਣਗੇ। ਸੋ ਇਹ ਤਾਂ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਦੀ ਗੱਲ ਸੀ। ਅੱਗੇ ਹੋਰ ਵੀ ਅਪਡੇਟਸ ਤੁਹਾਨੂੰ ਦੇਵਾਂਗੇ। ਤੇ ਜਿਹੜੇ ਯੂਕਰੇਨ ਦੇ ਨਾਗਰਿਕ ਭਾਰਤ ਦੇ ਵਿੱਚ ਫਸ ਗਏ ਨੇ ਕਿਉਂਕਿ ਯੂਕਰੇਨ ਦੇ ਵਿੱਚ ਫਲਾਈਟਾਂ ਬੰਦ ਨੇ, ਆਉਣ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਬੰਦ ਹੋਣ ਕਰਕੇ ਹੁਣ ਇੱਧਰ ਜਿਹੜੇ ਯੂਕਰੇਨੀ ਨਾਗਰਿਕ ਨੇ ਉਹ ਵੀ ਆਪਣੇ ਮੁਲਕ ਜਾ ਨਹੀਂ ਸਕਦੇ ਤੇ ਉਹ ਹੁਣ ਯੂਕਰੇਨੀ ਦੂਤਾਵਾਸ ਹੈ ਜਿਹੜਾ ਭਾਰਤ ਦੇ ਵਿੱਚ ਉਹਦੇ ਨਾਲ ਸੰਪਰਕ ਕਰ ਰਹੇ ਨੇ। ਯੂਕਰੇਨ ਦੇ ਨਾਗਰਿਕ ਦਾ ਕਹਿਣਾ ਹੈ ਕਿ ਉਹ ਕੀ ਜਾਣਾ ਚਾਹੁੰਦੇ ਨੇ ਕਿਉਂਕਿ ਉੱਥੇ ਉਹਨਾਂ ਦੇ ਪਰਿਵਾਰ ਨੂੰ ਯੂਕਰੇਨ ਦੇ ਵਿੱਚ ਸਾਡੀ ਲੋੜ ਹੈ ਤੇ ਅਸੀਂ ਉਹਨਾਂ ਦੀ ਜਾ ਕੇ ਮਦਦ ਕਰਨਾ ਚਾਹੁੰਦੇ ਹਾਂ। ਲੋਕ ਉੱਥੇ ਭੋਜਨ ਨਹੀਂ ਖਰੀਦ ਸਕਦੇ ਕਿਉਂਕਿ ਬੰਬਾਰੀ ਹੋ ਰਹੀ ਹੈ ਤੇ ਇੱਕ ਖਤਰਨਾਕ ਸਥਿਤੀ ਉੱਥੇ ਬਣੀ ਹੋਈ ਹੈ ਤੇ ਅਸੀਂ ਆਪਣੇ ਮੁਲਕ ਜਾਣਾ ਚਾਹੁੰਦੇ ਹਾਂ, ਪਰ ਉਹ ਕਿਵੇਂ ਜਾਣਗੇ ਇਹ ਵੀ ਨਹੀਂ ਪਤਾ ਲੱਗ ਰਿਹਾ, ਪਰ ਉਹ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸੇ ਦਰਮਿਆਨ ਤੁਹਾਨੂੰ ਇਹ ਜਾਣਕਾਰੀ ਵੀ ਦੇ ਦਿੰਦੇ ਹਾਂ ਕਿ ਯੂਕਰੇਨ ਦੇ ਲਈ ਕਿਰਾਏ ਤੇ ਜਿਹੜੀਆਂ ਉਡਾਣਾਂ ਲਈਆਂ ਨੇ ਭਾਰਤ ਸਰਕਾਰ ਨੇ ਉਹਨਾਂ ਦਾ ਖਰਚਾ 7 ਤੋਂ 8 ਲੱਖ ਰੁਪਏ ਪ੍ਰਤੀ ਘੰਟਾ ਹੈ ਕਿਉਂਕਿ ਯੂਕਰੇਨ ਦੀ 에ਅਰ ਸਪੇਸ 24 ਫਰਵਰੀ ਨੂੰ ਹੀ ਰੂਸੀ ਹਮਲੇ ਕਾਰਨ ਬੰਦ ਹੋ ਗਈ ਸੀ ਤੇ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਲੈ ਜਾਣ ਵਾਲੀ ਜਿਹੜੀ 에ਅਰ ਇੰਡੀਆ ਦੀ ਇੱਕ ਉਡਾਨ ਹੈ 1 ਕਰੋੜ 10 ਲੱਖ ਰੁਪਏ ਚ ਪੈ ਰਹੀ ਹੈ ਤੇ ਆਉਣ ਜਾਣ ਦਾ ਖਰਚਾ ਇਹ ਦੱਸਿਆ ਜਾ ਰਿਹਾ ਹੈ। ਸਰਕਾਰ ਉਡਾਨ ਦੇ ਲਈ ਲੋਕਾਂ ਤੋਂ ਕੋਈ ਪੈਸਾ ਨਹੀਂ ਲੈ ਰਹੀ ਹੈ। ਇਸ ਮੁਸ਼ਕਿਲ ਹਾਲਾਤ ਦੇ ਵਿੱਚ ਭਾਰਤ ਸਰਕਾਰ ਹੈ ਜਿਹੜੀ ਉਸਨੇ ਸਪੈਸ਼ਲ ਫਲਾਈਟਾਂ ਦਾ ਪ੍ਰਬੰਧ ਕੀਤਾ ਹੈ। ਸੂਬਾ ਸਰਕਾਰਾਂ ਵੀ ਮਦਦ ਕਰ ਰਹੀਆਂ ਨੇ ਤੇ ਇੱਕ ਫਲਾਈਟ ਹੈ ਜਿਹੜੀ ਉਸ ਦਾ 1 ਘੰਟਾ 7 ਤੋਂ 8 ਲੱਖ ਰੁਪਏ ਦੇ ਵਿੱਚ ਸਰਕਾਰ ਨੂੰ ਪੈ ਰਿਹਾ ਹੈ। 에ਅਰਲਾਈਨ ਵੱਡੇ ਆਕਾਰ ਵਾਲੇ ਬੋਇੰਗ 787 ਜਹਾਜ਼ ਜਿਨ੍ਹਾਂ ਨੂੰ ਡ੍ਰੀਮ ਲਾਈਨਰ ਵੀ ਕਿਹਾ ਜਾਂਦਾ ਹੈ ਯੂਕਰੇਨ ਦੇ ਗੁਆਂਢੀ ਮੁਲਕਾਂ ਨੂੰ ਸਰਕਾਰ ਭੇਜ ਰਹੀ ਹੈ ਜਿੱਥੋਂ ਭਾਰਤੀਆਂ ਨੂੰ ਲਿਆਂਦਾ ਜਾ ਰਿਹਾ ਹੈ। ਇਹ ਜਹਾਜ਼ ਰੋਮਾਨੀਆ ਤੇ ਹੰਗਰੀ ਜਾ ਰਹੇ ਨੇ। 에ਅਰ ਇੰਡੀਆ ਪਹਿਲਾਂ ਹੀ ਸੈਂਕੜੇ ਭਾਰਤੀਆਂ ਨੂੰ ਵਾਪਸ ਲਿਆ ਚੁੱਕੀ ਹੈ। ਹਾਲਾਂਕਿ ਗਿਣਤੀ ਜਿਹੜੀ 1100 ਤੱਕ ਹੀ ਹਲੇ ਪਹੁੰਚੀ ਹੈ ਤੇ ਹਜੇ 18-19 ਹਜ਼ਾਰ ਭਾਰਤੀ ਉੱਥੇ ਫਸੇ ਹੋਏ ਨੇ। ਇਹ ਉਡਾਣਾਂ ਭਾਰਤ ਸਰਕਾਰ ਨੇ ਚਾਰਟਰਡ ਆਧਾਰ ਉੱਤੇ ਯਾਨੀ ਕਿ ਕਿਰਾਏ ਤੇ 에ਅਰਲਾਈਨ ਤੋਂ ਲਈਆਂ ਨੇ। 에ਅਰਲਾਈਨ ਦੇ ਇੱਕ ਸੂਤਰ ਨੇ ਦੱਸਿਆ ਕਿ ਚਾਰਟਰਡ ਫਲਾਈਟ ਦਾ ਪ੍ਰਤੀ ਘੰਟਾ ਖਰਚ ਹੈ ਜਿਹੜਾ ਉਹ 7 ਤੋਂ 8 ਲੱਖ ਰੁਪਏ ਚ ਪੈਂਦਾ ਹੈ ਤੇ ਕੁੱਲ ਖਰਚਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ ਤੇ ਕਿੰਨਾ ਸਮਾਂ ਲੱਗੂਗਾ। ਸਾਰੇ ਖਰਚੇ ਦੇ ਵਿੱਚ ਸਟਾਫ ਦਾ ਖਰਚਾ,
तेल का खर्चा, नैविगेशन, लैंडिंग ਅਤੇ पार्किंग के खर्चे शामिल ने। उड़ान ट्रैक करने वाली वैबसाइट फ्लाई अवेयर के मुताबिक बुखारेस्ट तो मुंबई उड़ान ने 6 घंटे, बुडापेस्ट तो दिल्ली की उड़ान 6 घंटे ते दिल्ली तो बुखारेस्ट की एक उड़ान ने 7 घंटे लए ने। इस तरह आउण जाण दा समा 14 घंटे के करीब बनता है ते खर्चा एक फ्लाइट का आउण जाण दा 1 करोड़ 10 लाख रुपये बन जाता है। पंजाब के कुछ होर यूक्रेन दे विच फसे विद्यार्थियों की तुहानूं जानकारी दे दईए तां पिंड भोतना दे मजदूर परिवार का बच्चा भी उत्थे फसिया होया है। इन्हां ने दस्सिया कि हालात साडे भी बद तो बदतर ने ते हुण साडा बच्चा नहीं वापस आ रहा तां साडी होर भी जान मुट्ठी दे विच आई है। संदीप सिंह अक्तूबर 2021 विच यूक्रेन गया सी पर हुण जंग ने परिवार दे साह सूत रखे ने। संदीप दे पिता नाजम सिंह ने दस्सिया कि मजदूरी करके वो घर दा गुजारा चलाउंदे ने। बड़ी मुश्किल नाल नाजम सिंह ने अपने बच्चे पढ़ाए, 3 लाख का कर्जा चुक के 24 साला पुत नूं यूक्रेन भेजिया सी ताकि वो पढ़ लिख के डॉक्टर बन सके, घर की गरीबी दूर करे। पर उन्हां दे सारे सुपने कहते हुण टुट गए ने। यूक्रेन की राजधानी कीव दे विच संदीप रहिंदा है। बड़ी मुश्किल दे नाल पोलैंड बॉर्डर तक तां पहुंच गया पर हुण इत्थे पहुंचूगा कि नहीं उहदे लई परिवार दुआवां कर रहा है। इसी तरह अमृतसर की सोनाली का परिवार भी चिंता विच है। सोनाली की माता ने दस्सिया कि उन्हां दी लड़की 5 साल पहला MBBS करन यूक्रेन के शहर खारकीव गई सी। आखिरी वरा पढ़ाई का चल रहा है जिस तो बाद उन्हें घर परतना सी ते रूस के बॉर्डर तो यह शहर है जिहड़ा 30 किलोमीटर दूर है। उत्थे होर लड़कियां दे नाल उसने मैट्रो स्टेशन दे विच पनाह लई हुई है। बिजली का प्रबंध ना होने करके हुण परिवार दे नाल संपर्क है जिहड़ा ओह घटण लग्गिया क्योंकि फोन चार्ज नहीं हुंदे ते इस करके हुण मापे ही दुआवां कर रहे हैं कि बच्चे छेती आ जाण। सो यूक्रेन दे विच फसे पंजाबी विद्यार्थियों के मापियां दी बेचैनी दिनों दिन वध रही है। रोटी की गराही है जिहड़ी ओह अंदर नहीं जा रही। मापियां नूं सिर्फ यही चिंता है, यही दुआवां ने कि बच्चे वापस आ जाण। अमलोह सब डिवीजन दे विच 4 विद्यार्थी उत्थे फसे हुए ने। विद्यार्थण श्रुति लुटावा ये भी खारकीव दी नैशनल मैडिकल यूनिवर्सिटी दे विच डॉक्टरी की पढ़ाई करन गई सी। परिवार नाल हाले फोन ते गलबात हो रही है। पता लग्या कि खाण पीण का समान है जिहड़ा ओह सही तरीके नाल नहीं मिल रहा। भुखे प्यासे रहण नूं मजबूर ने बच्चे हुण उत्थे भुखण भाणे दिन कटी कर रहे ने। ठंड का भी जोर बहुत ज्यादा वधिया होया इस करके होर भी मुश्किल आ रही है। ठंड विच आपां नूं पता है कि शरीर है जिहड़ा ओह खाण पीण नूं ज्यादा मंगदा हुंदा है। गर्म चीज़ां ने जिहड़ियां उन्हां दी लोड़ हुंदी है ते उत्थे तां माइनस दे विच भी चला जांदा है, उत्थे बर्फबारी भी हुंदी है। इसे तरह अमलोह सब डिवीजन के पिंड भामरी के 3 विद्यार्थी जशनप्रीत सिंह, गुरविंदर सिंह ते अजीत सिंह ये भी यूक्रेन फसे हुए ने। ये सारे ने जिहड़े 3 विद्यार्थी सिर्फ 7 महीने पहला ही पढ़ाई करन लई उत्थे गए सी। इन्हां दी 7 महीने पहला ही पढ़ाई शुरू हुई सी। इसी तरह पिंड घोलिया खुर्द दा बलजिंदर सिंह भी खारकीव शहर की मैडिकल यूनिवर्सिटी विच डॉक्टरी की पढ़ाई करन लई गया होया। बलजिंदर दे माता पिता ने दस्सिया कि बलजिंदर खारकीव दे मैट्रो स्टेशन च अपनी वारी की उड़ीक कर रहा है ते मदद लई उत्थे कहंदे भारतीय दूतावास ने कैंप लाए हुए ने रोमानिया, पोलैंड ते हंगरी दे विच। पर सब तो वड्डी समस्या यह है कि विद्यार्थी उत्थों तक पहुंचण किवें, खारकीव दे मैट्रो स्टेशनां दे विचों निकल के सरहदां तक पहुंचण किवें, ये समस्या सब तो वड्डी है। इसी तरह ट्राई सिटी दे भी 100 तो वध विद्यार्थी यूक्रेन दे विच फसे हुए ने। चंडीगढ़, मोहाली ते पंचकुला दे विद्यार्थी ने जिहड़े हो जंग लगण तो बाद वापस आउणा चाहुंदे ने पर आ नहीं पा रहे। ते ऐतवार नूं ट्राई सिटी दे 50 बच्चों के मापियां ने इकट्ठे होकर पंजाब दे राज्यपाल ते चंडीगढ़ दे प्रशासक बनवारी लाल पुरोहित नूं मंग पत्र भी सौंपिया है। PGI दे विच काम करदे ने फतेहदीप सिंह, इन्हां दा बेटा ते बेटी दोवें पुत्र ते धी दोवें 2018 दे विच खारकीव पढ़ाई करन लई चले गए सी। दोवां बच्चों की वापसी दीयां टिकटां भी करवा दित्तियां सी 26 फरवरी नूं कि उत्थे जंग दे हालात बन गए ने पर उड़ाणा रद्द हो गईयां ते दोवें बच्चे उत्थे फस गए ने। ये मापे सारे यही अपील कर रहे ने सरकारां नूं कि छेती तो छेती साडे बच्चों नूं इधर लियाउण दा प्रबंध कीता जावे। इसे तरह यूक्रेन गई चंडीगढ़ की इंद्रप्रीत कौर के पिता ने भी दस्सिया कि बच्चों कोले 3-4 दिनों का ही खाना बचा है, मुश्किलां होर वध सकदियां ने, इस करके सरकार तुरंत पहल कदमी करे। चंडीगढ़ की बच्ची इंद्रप्रीत के पिता ने राजनीतिकरण का भी दोष लाया है बच्चे कड्ढण के नाम ते। उन्होंने कहा कि केंद्र सरकार ते दबाव बना के बच्चों नूं सही सलामत वापस लियाउणा ये अज दी लोड़ है। पर संसद मैंबर किरण खेर दे नाल मुलाकात करन लई गए पर मुलाकात हो ही नहीं सकी। उस तो बाद बीजेपी लीडर संजय टंडन नाल मुलाकात की जिन्हां ने बच्चों नूं सही सलामत वापस लियाउण दा भरोसा दिता है। पर मापियां दा ये रोस है कि सियासतदान भी इस मुद्दे ते सियासत कर रहे ने।
ਅਜਿਹੇ ਸਮੇਂ ਦੇ ਵਿੱਚ ਤਾਂ ਸਾਰੇ ਸਿਆਸਤਦਾਨਾਂ ਨੂੰ ਹਰ ਪਾਰਟੀ ਨੂੰ ਇਕੱਠੇ ਹੋ ਕੇ ਸਿਰਫ ਤੇ ਸਿਰਫ ਬੱਚਿਆਂ ਨੂੰ ਵਾਪਸ ਲਿਆਉਣ ਦੇ ਹੱਲ ਬਾਰੇ ਸੋਚਣਾ ਚਾਹੀਦਾ ਹੈ, ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਦਸੂਹਾ ਦੇ ਗੁਰਵਿੰਦਰ ਸਿੰਘ ਚਾਂਦ, यूपी ਦੇ शुभम ਸਿੰਘ, मध्य प्रदेश ਦੇ हर्षित चौरसिया, राजस्थान ਦੇ ललित कुमार, दिव्या मैंगी ਤੇ ਮਕਸੂਸ ਮੁਹੰਮਦ ਸਮੇਤ ਹੋਰ ਵਿਦਿਆਰਥੀ ਵੀ ਉੱਥੇ ਫਸੇ ਹੋਏ ਨੇ। ਭਾਰਤ ਦੇ ਵੱਖ-ਵੱਖ ਸੂਬਿਆਂ ਦੇ 25 ਤੋਂ ਵੱਧ ਵਿਦਿਆਰਥੀ ਹੋਸਟਲ ਦੇ ਬੰਕਰ ਵਿੱਚ ਕੈਦ ਨੇ। ਹੋਸਟਲ ਦੇ ਨੇੜਲੇ ਇਲਾਕਿਆਂ ਦੇ ਵਿੱਚ ਬੰਬਾਰੀ ਹੋ ਰਹੀ ਹੈ ਤੇ ਸਾਰੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ। ਬਹੁਤ ਹੀ ਮੰਦੇ ਹਾਲਾਤ ਬਣੇ ਹੋਏ ਨੇ। ਵਿਦਿਆਰਥੀ ਚੰਗੇ ਭਵਿੱਖ ਦੀ ਆਸ ਲੈ ਕੇ ਉੱਥੇ ਗਏ ਸੀ, ਪਰ ਇਸ ਦਰਮਿਆਨ ਸਾਡੀਆਂ ਸਰਕਾਰਾਂ ਦੀ ਵੀ ਪੋਲ ਖੁੱਲੀ ਹੈ ਕਿ ਇੰਨੇ ਵਿਦਿਆਰਥੀ ਆਖਿਰਕਾਰ MBBS ਪੜ੍ਹਾਈ ਕਰਨ ਦੇ ਲਈ ਯੂਕਰੇਨ ਕਿਉਂ ਗਏ ਹੋਏ ਨੇ। ਹੁਣ ਪਤਾ ਲੱਗਿਆ ਕਿ ਯੂਕਰੇਨ ਦੇ ਵਿੱਚ MBBS ਦੀ ਪੜ੍ਹਾਈ ਕਿੰਨੀ ਸਸਤੀ ਹੈ। ਉੱਥੇ ਸੀਟਾਂ ਜ਼ਿਆਦਾ ਨੇ, ਇੱਥੇ ਸੀਟਾਂ ਵੀ ਘੱਟ ਨੇ ਅਤੇ ਪੜ੍ਹਾਈ ਵੀ ਬਹੁਤ ਜ਼ਿਆਦਾ ਮਹਿੰਗੀ ਹੈ। ਇਸ ਕਰਕੇ ਮਜਬੂਰੀ ਦੇ ਵਿੱਚ ਉਹਨਾਂ ਨੂੰ ਮੁਲਕ ਤੋਂ ਬਾਹਰ 6-6 ਸਾਲ MBBS ਕਰਨ ਦੇ ਲਈ ਯੂਕਰੇਨ ਦੇ ਵਿੱਚ ਲਾਉਣੇ ਪੈਂਦੇ ਨੇ। ਖਾਲਸ ਟੀਵੀ ਤੇ ਲਗਾਤਾਰ ਅਸੀਂ ਯੁੱਧ ਦੇ 5ਵੇਂ ਦਿਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਕ ਤਾਜ਼ਾ ਜਾਣਕਾਰੀ ਇਹ ਮਿਲ ਰਹੀ ਹੈ ਕਿ ਬੁੱਢਾਪੇਸਟ ਤੋਂ 6ਵੀਂ ਆਪਰੇਸ਼ਨ ਗੰਗਾ ਉਡਾਨ ਹੈ ਜਿਹੜੀ 240 ਭਾਰਤੀ ਨਾਗਰਿਕਾਂ ਦੇ ਨਾਲ ਦਿੱਲੀ ਪਹੁੰਚ ਗਈ ਹੈ।